ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸ਼ਰਨਾ ਦੇਹ ਦਾਨ ਸੰਤਰੇਨ ਜਿਹੇ ਲਗ ਭਵ ਜਲ ਤਰਨਾ ਬੇਨਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਾਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲਾ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲਾ ਪਰਮ ਸਨਮਾਨ ਸਤਿਕਾਰਯੋਗ ਜੁਗ ਜੁਗ ਅਟਲ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸ਼ਤਰ ਚਵਰ ਤਖਤ ਦੇ ਮਾਲਕ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਪੀਰਾਨ ਪੀਰ ਸ਼ਬਦ ਗੁਰੂ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਬਹੁਤ ਵੱਡੀਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪ੍ਰਮ ਚੋਟਾਂ ਖਾਵੈ ਵਿਣ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਦੇ ਮਹਾਵਾਕ ਅਨੁਸਾਰ ਗੁਰੂ ਚਰਨਾਂ ਵਿੱਚ ਬੈਠ ਕੇ ਸੰਗਤ ਵਿੱਚ ਬੈਠ ਕੇ ਆਪ ਜੀ ਨੇ ਧੁਰ ਕੀ ਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਲਈ ਉਹਨਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਓ ਸਮਾਂ ਹੋਇਆ ਹੈ ਲੜੀਵਾਰ ਗੁਰ ਸ਼ਬਦ ਵਿਚਾਰ ਦਾ ਜੋ ਪਾਵਨ ਬਚਨ ਆਪ ਜੀ ਨੇ ਪਾਠ ਰੂਪ ਦੇ ਅੰਦਰ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ ਉਹਨਾਂ ਪਸ਼ੂ ਸਰਵਣ ਕੀਤੇ ਹਨ। ਇਹ ਪਾਵਨ ਬਚਨ ਬਿਲਾਵਲ ਰਾਗ ਦੇ ਅੰਦਰ
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਸਤਿਗੁਰ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਨਾਲ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਕਰਨੀ ਹੈ। ਸਤਿਗੁਰ ਕਿਰਪਾ ਕਰਨ ਵਿੱਚ ਵਰਤ ਕੇ ਸਿਰ ਤੇ ਰਹਿਮਤਾਂ ਭਰਿਆ ਹੱਥ ਰੱਖ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਸੰਗਤਾਂ ਦੇ ਚਰਨਾਂ ਬੇਨਤੀ ਕਰੋ, ਮਨ ਬਿਰਤੀਆਂ ਇਕਾਗਰ, ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਨ ਦਾ ਯਤਨ ਕਰੋ, ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਸ ਪਾਵਨ ਸ਼ਬਦ ਦੇ ਆਰੰਭ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨਿਰੰਕਾਰ ਪਰਮਾਤਮਾ ਦੀ ਵਡਿਆਈ, ਸਤਿਗੁਰ ਦੀ ਜੋ ਸਿਫਤ ਸਲਾਹ ਹੈ, ਜੋ ਸਾਨੂੰ ਸਤਿਗੁਰੂ ਉਪਦੇਸ਼ ਦਿੰਦੇ ਹਨ ਕਿ ਉਹ ਨਿਰੰਕਾਰ ਪਰਮਾਤਮਾ ਜੋ ਕੇਵਲ ਇੱਕ ਹੈ, ਉਹਦੇ ਵਰਗਾ ਸੰਸਾਰ ਤੇ ਹੋਰ ਕੋਈ ਨਹੀਂ, ਉਹ ਸਾਰਿਆਂ ਨਾਲੋਂ ਵੱਖਰਾ ਹੈ, ਜਿਹਦਾ ਕੋਈ ਖਾਸ ਰੂਪ ਨਹੀਂ, ਖਾਸ ਕੋਈ ਜਾਤ ਵਰਨ ਨਹੀਂ ਹੈ, ਜਿਹਦਾ ਕੋਈ ਖਾਸ ਤੌਰ ਤੇ ਕੋਈ ਆਪਣਾ ਘਰ ਵੀ ਨਹੀਂ ਹੈ। ਸਤਿਗੁਰ ਜੀ ਅੱਜ ਦੇ ਪਾਵਨ ਬਚਨਾਂ ਦੇ ਅੰਦਰ ਇਹ ਸਾਨੂੰ ਉਪਦੇਸ਼ ਦਿੰਦੇ ਹਨ। ਬਿਲਾਵਲ ਮਹਿਲਾ ਪਹਿਲਾ ਥਿੱਤੀ ਘਰ ਦਸਵਾਂ ਜਤ ਏਕੋ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਬਚਨ ਜੋ ਥਿੱਤਾ ਵਾਰਾਂ ਸੰਸਾਰ ਦੇ ਉੱਤੇ ਲੋਕ ਮਿੱਥਦੇ ਹਨ ਕਿ 15 ਥਿੱਤਾਂ ਹਨ, 15 7 ਵਾਰ ਹਨ। ਸਤਿਗੁਰ ਜੀ ਨੇ ਇਹ ਥਿੱਤਾਂ ਦੇ ਸਰਲੇਖ ਹੇਠ ਜਿਹੜੀ ਬਾਣੀ ਹੈ ਇਹ ਉਚਾਰਨ ਕੀਤੀ ਹੈ। ਘਰ ਦਸਵਾਂ ਜਤ, 10ਵੇਂ ਘਰ ਦੇ ਅੰਦਰ ਗਾਉਣ ਦਾ ਸਤਿਗੁਰ ਜੀ ਨੇ ਰਾਗੀ ਸਿੰਘਾਂ ਨੂੰ ਗੁਰੂ ਘਰ ਦੇ ਕੀਰਤਨ ਉਪਦੇਸ਼ ਦਿੱਤਾ ਹੈ। ਸ਼ਬਦ ਦੇ ਆਰੰਭ ਅੰਦਰ ਸਤਿਗੁਰ ਜੀ ਸੰਖੇਪ ਮੰਗਲਾਚਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਉਹਦੀ ਹੋਂਦ ਸਦਾ ਰਹਿਣ ਵਾਲੀ ਹੈ। ਐਸਾ ਗੁਣਾਂ ਦਾ ਮਾਲਕ ਜੋ ਪਰਮਾਤਮਾ ਹੈ ਉਹ ਕੇਵਲ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਗੁਰੂ ਦੀ ਰਹਿਮਤ ਤੋਂ ਬਿਨਾ ਉਸ ਨਿਰੰਕਾਰ ਪਰਮਾਤਮਾ ਨਾਲ ਸਾਡਾ ਮੇਲ ਜੋਲ ਨਹੀਂ ਬਣ ਸਕਦਾ। ਪਰਮਾਤਮਾ ਨੂੰ ਮਿਲਣਾ ਹੈ ਤੇ ਕੇਵਲ ਵਿੱਚ ਗੁਰੂ ਦੀ ਲੋੜ ਹੈ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ ਉਹ ਨਿਰੰਕਾਰ ਵਾਹਿਗੁਰੂ ਜੋ ਇੱਕ ਹੈ, ਸਰਬ ਵਿਆਪਕ ਹੈ, ਜਿਹਦੀ ਹੋਂਦ ਸਦਾ ਰਹਿਣ ਵਾਲੀ ਹੈ। ਸੰਸਾਰ ਤੇ ਸਦੀਵੀ ਕੋਈ ਰਹਿਣ ਵਾਲਾ ਨਹੀਂ। ਜੋ ਕੁਝ ਅਸੀਂ ਵੇਖਦੇ ਹਾਂ ਇੱਕ ਦਿਨ ਫਨਾ ਹੋਣ ਵਾਲਾ ਹੈ, ਲੇਕਿਨ ਉਹ ਨਿਰੰਕਾਰ ਪ੍ਰਮਾਤਮਾ ਜਿਹੜਾ ਹੈ ਅਰਬਾ ਨਰਬਾ ਧੁੰਦੂ ਕਾਰਾ ਧਰਨਾ ਗਗਨਾ ਕਾਸ ਪਤਾਲਾ, ਜਦੋਂ ਸੰਸਾਰ ਤੇ ਕੁਝ ਵੀ ਨਹੀਂ ਸੀ ਉਦੋਂ ਵੀ ਪਰਮਾਤਮਾ ਹੈ ਸੀ। ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਸੰਸਾਰ ਤੇ ਕੁਝ ਵੀ ਨਹੀਂ ਸੀ ਬਣਿਆ, ਕੋਈ ਆਕਾਰ ਨਹੀਂ, ਕੋਈ ਸ੍ਰਿਸ਼ਟੀ ਨਹੀਂ, ਕੋਈ ਜੀਵ ਜੰਤੂ ਨਹੀਂ, ਉਸ ਨਿਰੰਕਾਰ ਪਰਮਾਤਮਾ ਜੋ ਆਦ ਤੋਂ ਹੈ, ਆਦ ਤੋਂ ਭਾ ਮੁੱਢ, ਉਹਦਾ ਮੁੱਢ ਕੀ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਸ੍ਰਿਸ਼ਟੀ ਕਦੋਂ ਤੋਂ ਉਸ ਮਾਲਕ ਨੇ ਬਣਾਈ ਇਸ ਗੱਲ ਦਾ ਵੀ ਕੋਈ ਅੰਦਾਜ਼ਾ ਨਹੀਂ। ਆਪੋ ਆਪਣੇ ਵਿਗਿਆਨੀ ਅੰਦਾਜ਼ਾ ਲਾਉਂਦੇ ਹਨ ਇਹਨੇ ਕਰੋੜਾਂ ਸਾਲ ਹੋ ਗਏ ਜਾਂ ਲੱਖਾਂ ਸਾਲ ਹੋ ਗਏ, ਲੇਕਿਨ ਜਿਸ ਨਿਰੰਕਾਰ ਵਾਹਿਗੁਰੂ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਜਿਹਨੂੰ ਸਤਿਗੁਰ ਜੀ ਨੇ ਮੰਗਲਾਚਰਨ ਦੇ ਅੰਦਰ ਸਹਿਭੰਗ ਲਿਖਿਆ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ, ਜੋ ਕਿਸੇ ਦਾ ਬਣਾਇਆ ਨਹੀਂ, ਕਿਸੇ ਦਾ ਥਾਪਿਆ ਨਹੀਂ, ਜਿਹਨੂੰ ਸਤਿਗੁਰ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਹੜਾ ਆਪਣੇ ਆਪ ਤੋਂ ਜੋ ਪ੍ਰਕਾਸ਼ਮਾਨ ਹੋਇਆ ਹੈ ਔਰ ਮਾਇਆ ਦੇ ਕਾਲ ਤੋਂ ਪ੍ਰਭਾਵ ਤੋਂ ਪਰੇ ਹੈ। ਸਤਿਗੁਰ ਜੀ ਕਹਿੰਦੇ ਐਸਾ ਪਰਮਾਤਮਾ ਜੋ ਹੈ ਆਦ ਵਿੱਚ ਵੀ ਸੱਚ ਸੀ, ਜੁਗਾਦ ਵਿੱਚ ਜੁਗਾਂ ਤੋਂ ਹੈ, ਉਦੋਂ ਵੀ ਸੱਚ ਸੀ, ਹੈ ਭੀ ਸੱਚ, ਹੁਣ ਵੀ ਸੱਚ ਹੈ, ਸਦਾ ਰਹਿਣ ਵਾਲਾ ਹੈ।
ਨਾਨਕ ਹੋਸੀ ਭੀਸਾ। ਜਦੋਂ ਸੰਸਾਰ ਤੇ ਕੁਝ ਨਹੀਂ ਹੋਵੇਗਾ ਉਦੋਂ ਵੀ ਨਿਰੰਕਾਰ ਪਰਮਾਤਮਾ ਦੀ ਹਸਤੀ ਬਿਲਕੁਲ ਬਰਕਰਾਰ ਰਹੇਗੀ, ਕਿਉਂਕਿ ਉਹਨੂੰ ਕੋਈ ਮੇਟਣ ਵਾਲਾ ਨਹੀਂ, ਉਹਨੂੰ ਕੋਈ ਬਣਾਉਣ ਵਾਲਾ। ਜਿਹੜੀ ਚੀਜ਼ ਬਣਾਈ ਗਈ ਹੋਵੇ ਇੱਕ ਦਿਨ ਉਹਨੇ ਖਤਮ ਹੋ ਜਾਣਾ ਹੈ। ਇੱਕ ਮੋਟਰ ਗੱਡੀ ਬਣਦੀ ਹੈ, ਸਮੇਂ ਨਾਲ ਉਹ ਐਕਸਪਾਇਰ ਹੋ ਜਾਂਦੀ ਹੈ। ਸਰੀਰ ਮਾਲਕ ਨੇ ਸਾਨੂੰ ਦਿੱਤਾ ਹੈ, ਇੱਕ ਦਿਨ ਇਹ ਖਤਮ ਹੋ ਜਾਣਾ ਹੈ। ਲੇਕਿਨ ਪਰਮਾਤਮਾ ਦੀ ਜਿਹੜੀ ਹੋਂਦ ਹੈ ਉਹ ਸਦੀਵੀ ਹੋਂਦ ਹੈ। ਇਸ ਵਾਸਤੇ ਸਤਿਗੁਰ ਜੀ ਸੰਖੇਪ ਮੰਗਲਾਚਰਨ ਦੇ ਅੰਦਰ ਉਸ ਨਿਰੰਕਾਰ ਵਾਹਿਗੁਰੂ ਦੀ ਵਡਿਆਈ ਲਿਖਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਉਹਦੀ ਹੋਂਦ ਸਦਾ ਰਹਿਣ ਵਾਲੀ ਹੈ। ਐਸੇ ਗੁਣਾਂ ਦਾ ਮਾਲਕ ਜੋ ਪਰਮਾਤਮਾ ਹੈ ਉਹ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ। ਅੱਗੇ ਸਤਿਗੁਰ ਜੀ ਪਾਵਨ ਬਚਨ ਕਰਦੇ ਕਹਿਣ ਲੱਗੇ, ਏਕਮ ਏਕੰਕਾਰ ਨਿਰਾਲਾ। ਜਿਸ ਵੇਲੇ ਚੰਦਰਮਾ ਪੂਰਨ ਹੁੰਦਾ ਹੈ, ਜਿਹਨੂੰ ਅਸੀਂ ਪੂਰਨਮਾਸ਼ੀ ਕਹਿੰਦੇ ਹਾਂ, ਉਦੋਂ ਚੰਦਰਮਾ ਦਾ 1 ਮਹੀਨਾ ਪੂਰਾ ਹੋ ਜਾਂਦਾ ਹੈ। ਉਹਦੇ ਤੋਂ ਜਿਹੜਾ ਅਗਲਾ ਦਿਨ ਹੈ ਉਹਨੂੰ ਏਕਮ ਕਿਹਾ ਜਾਂਦਾ ਹੈ ਥਿੱਤਾਂਵਾਰ ਹਿਸਾਬ ਨਾਲ। ਭਾਵ ਚੰਦਰਮੇ ਦਾ ਜਿਹੜਾ ਮਹੀਨਾ ਸ਼ੁਰੂ ਹੋਇਆ ਉਹ ਪਹਿਲਾ ਦਿਨ ਹੈ। ਤੇ ਸਤਿਗੁਰ ਜੀ ਇੱਥੇ ਉਹ ਸ਼ਬਦ ਵਰਤਦੇ ਹਨ ਏਕਮ। ਏਕਮ ਤੋਂ ਭਾਵ ਹੈ ਇੱਕ, ਤੇ ਇੱਕ ਕੀ ਹੈ? ਪਰਮਾਤਮਾ। ਜਿਹਦੇ ਵਰਗਾ ਸੰਸਾਰ ਤੇ ਹੋਰ ਕੋਈ ਨਹੀਂ ਹੈ, ਜਿਹਦੀ ਹਸਤੀ ਦੇ ਬਰਾਬਰ ਸੰਸਾਰ ਤੇ ਕੋਈ ਹਸਤੀ ਨਜ਼ਰ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਏਕਮ ਏਕੰਕਾਰ ਨਿਰਾਲਾ। ਏਕੰਕਾਰ ਤੋਂ ਭਾਵ ਇੱਕ ਓੰਕਾਰ, ਉਹ ਪਰਮਾਤਮਾ ਜੋ ਇੱਕ ਹੈ। ਅਸੀਂ ਆਮ ਤੌਰ ਤੇ ਗੱਲਾਂ ਸੁਣਦੇ ਹਾਂ ਕਿ ਸੰਸਾਰ ਨੂੰ ਬਣਾਉਣ ਵਾਲਾ ਜਿਹੜਾ ਹੈ ਉਹ ਬ੍ਰਹਮਾ ਹੈ, ਪਾਲਣ ਵਾਲਾ ਵਿਸ਼ਨੂੰ ਹੈ ਤੇ ਮਾਰਨ ਵਾਲਾ ਸ਼ਿਵ ਜੀ ਹੈ। ਲੇਕਿਨ ਸਤਿਗੁਰੂ ਜੀ ਕਹਿੰਦੇ ਹਨ ਪਰਮਾਤਮਾ ਨੂੰ ਪੈਦਾ ਵੀ ਰੱਬ ਕਰਦਾ ਹੈ, ਜੀਵਾਂ ਨੂੰ ਰੋਜ਼ੀ ਵੀ ਪਰਮਾਤਮਾ ਦਿੰਦਾ ਹੈ, ਤੇ ਸੰਘਾਰਦਾ ਵੀ ਉਹ ਆਪ ਹੀ ਹੈ। ਇਹ ਗੱਲ ਵੱਖਰੀ ਹੈ ਕਿ ਉਹ ਮਾਲਕ ਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ। ਜਿਵੇਂ ਬਾਣੀ ਅੰਦਰ ਸਤਿਗੁਰੂ ਜੀ ਕਹਿੰਦੇ ਹਨ, ਕੋਟ ਬ੍ਰਹਮੇ ਜਗ ਸਾਜਨ ਕੋ ਲਾਏ। ਕੋਈ ਇੱਕ ਬ੍ਰਹਮਾ ਦੀ ਗੱਲ ਨਹੀਂ, ਕਰੋੜਾਂ ਬ੍ਰਹਮਾ ਜਿਹੜੇ ਹਨ ਉਹ ਵਾਹਿਗੁਰੂ ਨਿਰੰਕਾਰ ਨੇ ਸੰਸਾਰ ਨੂੰ ਬਣਾਉਣ ਵਿੱਚ ਲਾਏ ਹਨ। ਕਿਉਂਕਿ ਸਰੀਰ ਦੀ ਜਿਹੜੀ ਉਤਪਤੀ ਹੈ ਉਹ ਮਾਤਾ ਪਿਤਾ ਤੋਂ ਹੁੰਦੀ ਹੈ। ਔਰ ਵਿਦਵਾਨਾਂ ਨੇ ਇੱਥੋਂ ਤੱਕ ਲਿਖਿਆ ਕਿ ਮਾਤਾ ਪਿਤਾ ਦੇ ਰੂਪ ਦੇ ਅੰਦਰ ਪਰਮਾਤਮਾ ਨੇ ਕਰੋੜਾਂ ਬ੍ਰਹਮਾ ਬਣਾਏ ਹੋਏ ਹਨ। ਲੇਕਿਨ ਬ੍ਰਹਮਾ ਨੂੰ ਬਣਾਉਣ ਵਾਲਾ ਕੌਣ ਹੈ? ਬ੍ਰਹਮਾ ਆਪਣੇ ਆਪ ਤੋਂ ਤਾਂ ਬਣਿਆ ਨਹੀਂ, ਵਿਸ਼ਨੂੰ ਆਪਣੇ ਆਪ ਤੋਂ ਬਣਿਆ ਨਹੀਂ, ਸ਼ਿਵ ਜੀ ਆਪਣੇ ਆਪ ਤੋਂ ਬਣਿਆ ਨਹੀਂ। ਇਹਨਾਂ ਨੂੰ ਬਣਾਉਣ ਵਾਲਾ ਵੀ ਇੱਕ ਪਰਮਾਤਮਾ ਹੈ, ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਪੰਡਹਾਰੀ, ਇੱਕ ਲਾਏ ਦੀ ਬਾਣ। ਸਤਿਗੁਰੂ ਕਹਿੰਦੇ ਹਨ ਜਿਹੜਾ ਸਨਾਤਨ ਮਤ ਹੈ ਉਹ ਇਹ ਗੱਲ ਮੰਨਦਾ ਹੈ ਕਿ ਸੰਸਾਰ ਨੂੰ ਚਲਾਉਣ ਵਾਲੇ 3 ਦੇਵਤੇ ਹਨ, ਏਕਾ ਮਾਈ, ਇੱਕ ਮਾਇਆ, ਜੁਗਤ ਵਿਆਈ, ਕਿਸੇ ਜੁਗਤੀ ਦੇ ਨਾਲ ਉਹ ਪ੍ਰਸੂਤ ਹੋਈ, ਉਹਦੇ ਤੋਂ ਇਹ ਜਿਹੜੇ 3 ਚੇਲੇ ਹਨ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹਨਾਂ ਨੇ ਜਨਮ ਲਿਆ। ਇੱਕ ਸੰਸਾਰੀ, ਇੱਕ ਪੰਡਹਾਰੀ, ਇੱਕ ਲਾਏ ਦੀ ਬਾਣ, ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ, ਇੱਕ ਰੋਜ਼ੀ ਦੇਣ ਵਾਲਾ, ਇੱਕ ਸੰਘਾਰਨ ਵਾਲਾ। ਲੇਕਿਨ ਜੋ ਗੁਰਮਤਿ ਗੱਲ ਕਹਿੰਦੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੇ ਉਣ ਨਦਰ ਨ ਆਵੈ, ਬਹੁਤਾ ਇਹ ਵਿਡਾਣ। ਸਤਿਗੁਰੂ ਕਹਿੰਦੇ ਨੇ ਇਹਨਾਂ ਨੂੰ ਬਣਾਉਣ ਵਾਲਾ ਵੀ ਪਰਮਾਤਮਾ। ਜਿਵ ਤਿਸ ਭਾਵੈ, ਤਿਸ ਤੋਂ ਭਾਵੈ ਉਹ ਨਿਰੰਕਾਰ ਪਰਮਾਤਮਾ ਦੀ ਜਿਵੇਂ ਮਰਜ਼ੀ ਹੁੰਦੀ ਹੈ, ਤਿੰਨਾਂ ਦੇਵਤਿਆਂ ਨੂੰ ਉਵੇਂ ਹੀ ਚਲਾ ਰਿਹਾ ਹੈ। ਇਹਦਾ ਮਤਲਬ ਇਹਨਾਂ ਨੂੰ ਚਲਾਉਣ ਵਾਲਾ ਕੋਈ ਹੈ, ਕਿਉਂਕਿ ਤਿੰਨੇ ਦੇਵਤੇ ਸਥਿਰ ਨਹੀਂ ਹਨ, ਸਮਾਂ ਦਾ ਪ੍ਰਭਾਵ ਇਹਨਾਂ ਉੱਤੇ ਵੀ ਪੈਂਦਾ ਹੈ। ਇੱਕ ਨਿਰੰਕਾਰ ਵਾਹਿਗੁਰੂ ਹੈ ਜਿਹੜਾ ਅਕਾਲ ਮੂਰਤ ਹੈ, ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਇਹਨਾਂ ਤਿੰਨੇ ਦੇਵਤੇ ਵੀ ਸਮੇਂ ਦੇ ਪ੍ਰਭਾਵ ਥੱਲੇ ਹਨ, ਜਿਹਨੂੰ ਕਲਗੀਧਰ ਪਿਤਾ ਜੀ ਕਹਿੰਦੇ ਨੇ, ਕਾਲ ਪਾਏ ਬ੍ਰਹਮਾ ਭਵਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਿਵ ਤਿਸ ਭਾਵੈ ਤਿਵੇਂ ਚਲਾਵੈ,
ਜਿਵ ਹੋਵੈ ਫਰਮਾਨ। ਜਿਵੇਂ ਨਿਰੰਕਾਰ ਵਾਹਿਗੁਰੂ ਵੱਲੋਂ ਇਹਨਾਂ ਦੇਵਤਿਆਂ ਨੂੰ ਹੁਕਮ ਹੁੰਦਾ ਹੈ, ਫਰਮਾਨ ਹੁੰਦਾ ਹੈ, ਇਹ ਉਦਾਂ ਦੀ ਹੀ ਕਾਰ ਕਰਦੇ ਹਨ। ਉਹ ਵੇਖੇ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ ਹੈ, ਉਹਨਾਂ ਨਜ਼ਰ ਨਾ ਆਵੇ, ਲੇਕਿਨ ਸੰਸਾਰ ਨੂੰ ਪ੍ਰਮਾਤਮਾ ਨਜ਼ਰ ਹੀ ਨਹੀਂ ਆ ਰਿਹਾ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹ ਵਿਡਾਣ ਹੈਰਾਨ ਕਰਨ ਵਾਲੀ ਗੱਲ ਵੀ ਇਹੋ ਹੀ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਮੈਂ ਨਮਸਕਾਰ ਕਿਹਨੂੰ ਕਰਦਾ ਹਾਂ? ਆਦੇਸ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਿਹੜਾ ਹਰੇਕ ਯੁੱਗ ਦੇ ਅੰਦਰ, ਹਰੇਕ ਸਮੇਂ ਅੰਦਰ ਇੱਕੋ ਜਿਹਾ ਰਹਿਣ ਵਾਲਾ ਹੈ, ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ, ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਸਤਿਗੁਰੂ ਜੀ ਕਹਿੰਦੇ ਹਨ ਉਹ ਪ੍ਰਮਾਤਮਾ ਜਿਹੜਾ ਇੱਕ ਹੈ, ਏਕ ਓੰਕਾਰ ਹੈ, ਨਿਰਾਲਾ, ਭਾਵ ਸਾਰਿਆਂ ਨਾਲੋਂ ਵੱਖਰਾ ਹੈ। ਅਮਰ ਅਜੋਨੀ ਜਾਤ ਨਾ ਜਾਲਾ। ਉਹ ਪ੍ਰਮਾਤਮਾ ਜਿਹੜਾ ਅਮਰ ਹੈ, ਅਮਰ ਤੋਂ ਭਾਵ ਜਿਹੜਾ ਸਦੀਵੀ ਰਹਿਣ ਵਾਲਾ ਹੈ। ਸੰਸਾਰ ਤੇ ਕੋਈ ਵਸਤੂ ਸਦੀਵੀ ਰਹਿਣ ਵਾਲੀ ਨਹੀਂ ਹੈ, ਕੋਈ ਅਮਰ ਨਹੀਂ ਹੈ। ਇੱਕ ਅਮਰ ਤੋਂ ਭਾਵ ਬਾਣੀ ਅੰਦਰ ਹੁਕਮ ਸ਼ਬਦ ਵੀ ਆਇਆ ਹੈ ਕਿ ਪ੍ਰਮਾਤਮਾ ਦਾ ਹੁਕਮ ਸਾਰੇ ਉੱਤੇ ਵਰਤਦਾ ਹੈ, ਮਾਇਆ ਦਾ ਹੁਕਮ ਵੀ ਵਰਤਦਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਇਸ ਬਚਨ ਪੜ੍ਹਦੇ ਆ, ਛਿਲਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਥੇ ਅਮਰ ਤੋਂ ਭਾਵ ਹੈ ਹੁਕਮ। ਪ੍ਰਮਾਤਮਾ ਨੇ ਮਾਇਆ ਪੈਦਾ ਕੀਤੀ, ਜੀਵ ਨੇ ਸੰਸਾਰ ਤੇ ਜਨਮ ਲਿਆ ਤੇ ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ। ਇਥੇ ਸਤਿਗੁਰੂ ਕਹਿੰਦੇ ਅਮਰ ਉਹ ਪ੍ਰਮਾਤਮਾ ਜਿਹੜਾ ਅਮਰ ਹੈ, ਅਜੋਨੀ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਜਾਤ ਨਾ ਜਾਲਾ, ਜਿਹਦੀ ਕੋਈ ਜਾਤ ਨਹੀਂ ਹੈ। ਜਾਲਾ ਤੋਂ ਭਾਵ ਜਿਹਨੂੰ ਸੰਸਾਰ ਦੇ ਕੋਈ ਜਾਲ ਜਿਹੜੇ ਬੰਧਨ ਉਹ ਨਹੀਂ ਪਏ ਹਨ, ਕਿਉਂਕਿ ਉਹ ਇੱਕੋ ਹੀ ਹਸਤੀ ਹੈ। ਕਿਵੇਂ ਹੈ? ਜਿਵੇਂ ਬਾਣੀ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਉਹ ਨਿਰੰਕਾਰ ਪ੍ਰਮਾਤਮਾ ਸੰਸਾਰ ਨੂੰ ਇਵੇਂ ਪ੍ਰਗਟ ਕਰਦਾ ਹੈ ਜਿਵੇਂ ਇੱਕ ਬਾਜੀਗਰ ਨੇ ਬਾਜੀ ਪਾਈ। ਜਦੋਂ ਬਾਜੀਗਰ ਆਇਆ ਕੀ ਸੀ? ਉਹਦੇ ਕੋਲ ਇੱਕ ਝੋਲਾ ਹੀ ਸੀ, ਲੇਕਿਨ ਜਦੋਂ ਉਹਨੇ ਆਪਣੀ ਖੇਡ ਵਿਖਾਈ, ਉਹਨੇ ਬਾਜੀ ਪਾਈ, ਝੋਲੇ ਵਿੱਚੋਂ ਕਈ ਵਸਤੂਆਂ ਕੱਢ ਕੇ ਉਹਨੇ ਸਾਹਮਣੇ ਰੱਖ ਦਿੱਤੀਆਂ। ਜਿਸ ਵੇਲੇ ਕੱਢ ਕੇ ਸਾਹਮਣੇ ਰੱਖੀਆਂ, ਬੜਾ ਖਿਲਾਰਾ ਪਾ ਦਿੱਤਾ। ਕੁਝ ਸਮਾਂ ਉਹਨੇ ਆਪਣੀ ਖੇਡ ਖੇਡੀ ਹੈ ਤੇ ਖੇਡ ਖੇਡਣ ਤੋਂ ਬਾਅਦ ਉਹ ਜਿਹੜਾ ਬਾਜੀਗਰ ਹੈ ਉਹਨੇ ਸਭ ਕੁਝ ਸਮੇਟਿਆ ਤੇ ਫਿਰ ਤੁਰਦਾ ਬਣਿਆ, ਫਿਰ ਇਕੱਲੇ ਦਾ ਇਕੱਲਾ ਹੀ ਰਹਿ ਗਿਆ। ਸਤਿਗੁਰ ਕਹਿੰਦੇ ਨੇ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਨਾਨਾ ਤੋਂ ਕਹਿੰਦੇ ਨਾ ਕਈ ਤਰ੍ਹਾਂ ਦੇ ਉਹਨੇ ਜਿਹੜੇ ਭੇਖ ਹਨ ਉਹ ਨਾ ਬਣਾ ਦਿੱਤੇ, ਕਈ ਤਰ੍ਹਾਂ ਦੀਆਂ ਚੀਜ਼ਾਂ ਕੱਢ ਕੇ ਸਾਨੂੰ ਵਿਖਾ ਦਿੱਤੀਆਂ। ਸਾਂਗ ਉਤਾਰ ਥਮਿਓ ਪਸਾਰਾ, ਤਬ ਏਕਾ ਏਕ ਓੰਕਾਰਾ। ਜਦੋਂ ਉਹਨੇ ਸਾਰਾ ਆਪਣਾ ਸਾਂਗ ਖਲਾਰਾ ਇਕੱਠਾ ਕੀਤਾ ਤੇ ਉਹ ਫਿਰ ਇਕੱਲਾ ਰਹਿ ਗਿਆ। ਸਤਿਗੁਰ ਕਹਿੰਦੇ ਇਹ ਪ੍ਰਮਾਤਮਾ ਦੀ ਆਪਣੀ ਖੇਡ ਹੈ। ਉਹ ਪ੍ਰਮਾਤਮਾ ਦੀ ਮੌਜ ਹੋਈ ਤੇ ਉਹ ਇੱਕ ਤੋਂ ਅਨੇਕ ਹੋ ਗਿਆ, ਤੇ ਜਦੋਂ ਉਹਦੀ ਮੌਜ ਹੋਵੇਗੀ ਉਦੋਂ ਅਨੇਕ ਤੋਂ ਉਹ ਇੱਕ ਹੋ ਜਾਵੇਗਾ। ਜਬ ਆਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਮ ਹੂੰ। ਜਦੋਂ ਇਸ ਪ੍ਰਮਾਤਮਾ ਦੀ ਮੌਜ ਉਦਕਰਕਣ ਸ਼ਕਤੀ ਦੁਆਰਾ ਉਹਨੇ ਸਾਰੇ ਖਿੱਚ ਲੈਣੇ ਹਨ। ਸਤਿਗੁਰ ਕਹਿੰਦੇ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਤਬ ਏਕਾ ਏਕ ਓੰਕਾਰਾ। ਕਵਨ ਰੂਪ ਦ੍ਰਿਸ਼ਟਿਓ ਬਿਨ ਸਾਇਓ, ਕਤੇ ਗਏ ਉਹ ਕਤ ਤੇ ਆਇਓ। ਸਤਿਗੁਰ ਕਹਿੰਦੇ ਹਨ ਜਿਹੜਾ ਇਹ ਦ੍ਰਿਸ਼ਟ ਪਸਾਰਾ ਜਿਹੜਾ ਨਜ਼ਰ ਆ ਰਿਹਾ ਹੈ, ਦ੍ਰਿਸ਼ਟਮਾਨ ਸੰਸਾਰ ਹੈ, ਇਹ ਬਿਨ ਸਾਇਓ, ਜਦੋਂ ਇਹ ਬਿਨਸ ਗਿਆ, ਜਦੋਂ ਇਹ ਖਤਮ ਹੋ ਗਿਆ, ਫਿਰ ਕਤੇ ਆਇਓ, ਕਤੇ ਗਏ ਉਹ ਕਤ ਤੇ ਆਇਓ। ਫਿਰ ਸੰਸਾਰ ਦੇ ਜੀਵ ਕਿੱਥੇ ਗਏ ਤੇ ਕਿੱਥੋਂ ਆਏ ਸੀ, ਇਸ ਗੱਲ ਦਾ ਕੋਈ ਪਤਾ ਨਹੀਂ। ਜੀਵਤ ਆਤਮਾ ਕਿੱਥੋਂ ਆਉਂਦੀ ਹੈ, ਕਿੱਥੇ ਜਾਂਦੀ ਹੈ, ਇਸ ਗੱਲ ਦਾ ਕਿਸੇ ਨੂੰ ਕੋਈ ਅਨੁਭਵ ਨਹੀਂ ਹੈ। ਇੱਕ ਵਾਰ ਕਹਿੰਦੇ ਇੱਕ ਫਕੀਰ ਤੁਰਿਆ ਜਾ ਰਿਹਾ ਸੀ, ਉਹਨੂੰ ਆਪਣੇ ਵਿਦਿਆ ਉੱਤੇ ਬੜਾ ਹੰਕਾਰ ਸੀ ਕਿ ਮੇਰੇ ਵਰਗਾ ਕੋਈ ਪੰਡਤ ਨਹੀਂ, ਕੋਈ ਸਿਆਣਾ ਨਹੀਂ, ਕੋਈ ਫਕੀਰ ਨਹੀਂ। ਕਹਿੰਦੇ ਜਿਸ ਵੇਲੇ ਉਹ ਤੁਰਿਆ ਗਿਆ ਤੇ ਇੱਕ ਅੱਗੋਂ ਬੱਚਾ ਮਿਲਿਆ, ਉਹਨੇ ਆਪਣੇ ਹੱਥ ਦੇ ਅੰਦਰ ਦੀਵਾ ਫੜਿਆ ਸੀ। ਹੁਣ ਆਪਣੀ ਵਿਦਵਤਾ ਨੂੰ ਜ਼ਾਹਰ ਕਰਦਿਆਂ ਉਹ ਕਹਿਣ ਲੱਗਾ, ਬੱਚਾ ਇਹ ਦੱਸ ਇਹ ਜੋਤ ਕਿੱਥੋਂ ਆਈ? ਉਹ ਬੱਚਾ ਵੀ ਅੱਗੋਂ ਬੜਾ ਸਿਆਣਾ ਸੀ, ਕਹਿੰਦਾ ਮੈਂ ਜਵਾਬ ਬਾਅਦ ਦੇਦਾ। ਉਹਨੇ ਫੂਕ ਮਾਰੀ, ਦੀਵਾ ਬੁਝਾ ਦਿੱਤਾ। ਕਹਿੰਦਾ ਤੁਸੀਂ ਦੱਸੋ ਜੋਤ ਕਿੱਥੇ ਗਈ?
ਸਤਿਗੁਰ ਕਹਿੰਦੇ ਜੀਵ ਕਿੱਥੋਂ ਆਉਂਦੇ ਹਨ, ਕਿੱਥੇ ਚਲੇ ਜਾਂਦੇ ਹਨ, ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ। ਇਹ ਤੇ ਪ੍ਰਮਾਤਮਾ ਦੀ ਆਪਣੀ ਇੱਕ ਰਚਨਾ ਹੈ। ਜਿਹੜਾ ਉਹਦਾ ਨਾਮ ਜਪਦਾ ਹੈ, ਉਹਦੀ ਬੰਦਗੀ ਸਿਫਤ ਕਰਦਾ ਹੈ, ਜੀਵ ਉਹਦੇ ਅੰਦਰ ਜਾ ਕੇ ਸਮਾ ਜਾਂਦੇ ਹਨ। ਕਿਉਂਕਿ ਸੰਸਾਰ ਜਿਹੜਾ ਹੈ ਉਹ ਪ੍ਰਮਾਤਮਾ ਦਾ ਹੀ ਬਣਾਇਆ, ਤੇ ਸੰਸਾਰ ਜਿਹੜਾ ਹੈ ਨਿਰੰਕਾਰ ਵਿੱਚੋਂ ਹੀ ਪੈਦਾ ਹੋਇਆ। ਉਹਨੇ ਆਪਣੀ ਹਸਤੀ ਜਿਹੜੀ ਹੈ ਸੰਸਾਰ ਦਾ ਉੱਤੇ ਆਪਣੀ ਹਸਤੀ ਨੂੰ ਪ੍ਰਗਟ ਕੀਤਾ ਪ੍ਰਮਾਤਮਾ ਨੇ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ, ਜਲ ਤੇ ਉਠੇ ਅਨਕ ਤਰੰਗਾ। ਜਿਵੇਂ ਪਾਣੀ ਉਤੋਂ ਅਨੇਕਾਂ ਤਰੰਗਾਂ ਉੱਠਦੀਆਂ ਹਨ, ਤੇ ਵੇਖਣ ਨੂੰ ਕੀ ਲੱਗਦਾ ਹੈ ਤਰੰਗਾਂ ਵੱਖਰੀਆਂ ਹਨ ਤੇ ਪਾਣੀ ਵੱਖਰਾ ਹੈ। ਲੇਕਿਨ ਜਦੋਂ ਸਮੁੰਦਰ ਸ਼ਾਂਤ ਹੁੰਦਾ ਹੈ, ਉਹੀ ਲਹਿਰਾਂ ਪਾਣੀ ਵਿੱਚ ਸਮਾ ਜਾਂਦੀਆਂ ਹਨ। ਜਲ ਤੇ ਉਠੇ ਅਨਕ ਤਰੰਗਾ, ਸਤਿਗੁਰੂ ਕਹਿੰਦੇ ਹਨ, ਕਣਕ ਭੂਖਣ ਕੀਨੇ ਬੋ ਰੰਗਾ। ਕਣਕ ਤੋਂ ਭਾਵ ਹੈ ਸੋਨਾ, ਭੂਖਣ ਤੋਂ ਭਾਵ ਹੈ ਗਹਿਣੇ। ਗਹਿਣਿਆਂ ਤੋਂ ਜਿਹੜੇ ਗਹਿਣੇ ਉਹ ਸੋਨੇ ਤੋਂ ਬਣਾਏ ਜਾਂਦੇ ਹਨ। ਲਿਖ ਵੇਲੇ ਜਿਸ ਵੇਲੇ ਸੋਨੇ ਨੂੰ ਪਿਘਲਾਇਆ ਜਾਂਦਾ ਹੈ, ਉਹ ਇੱਕ ਰੂਪ ਹੋ ਜਾਂਦਾ। ਸਾਰੇ ਗਹਿਣੇ ਇਕੱਠੇ ਕਰਕੇ ਉਹਨੂੰ ਤਾ ਦੇ ਕੇ ਜਦੋਂ ਇਹ ਗਿਲਟੀ ਬਣਾਈ ਜਾਂਦੀ, ਉਹਨੂੰ ਇਹ ਨਹੀਂ ਕਹਿੰਦੇ ਕਿ ਵੱਖਰੇ ਵੱਖਰੇ ਗਹਿਣੇ ਹਨ, ਸਾਰੇ ਕਹਿੰਦੇ ਇਹ ਸੋਨਾ ਹੈ। ਸੋਨਿਆਂ ਤੋਂ ਬਣੇ ਹੋਏ ਗਹਿਣੇ ਜਿਹੜੇ ਹਨ ਉਹ ਕਿਹਾ ਜਾਂਦਾ ਹੈ ਇਹ ਮੁੰਦਰੀ ਹੈ, ਛਾਪ ਹੈ, ਇਹ ਛੱਲਾ ਹੈ, ਇਹ ਚੈਨੀ ਹੈ। ਲੇਕਿਨ ਜਦੋਂ ਸਭ ਕੁਝ ਇਕੱਠਾ ਹੋ ਗਿਆ ਤਾਂ ਕੀ ਰਹਿ ਗਿਆ? ਸੋਨਾ। ਇਸ ਵਾਸਤੇ ਸਤਿਗੁਰੂ ਕਹਿੰਦੇ ਹਨ, ਬੀਜ ਵੀ ਦੇਖਿਓ ਬਹੁ ਪ੍ਰਕਾਰਾ, ਫਲ ਪਾ ਕੇ ਤੇ ਏਕੰਕਾਰਾ। ਬੀਜ ਤਾਂ ਸਾਨੂੰ ਵੱਖਰਾ ਨਜ਼ਰ ਆ ਰਿਹਾ ਹੈ, ਲੇਕਿਨ ਬੀਜ ਦਾ ਸਫ਼ਰ ਕੀ ਹੈ? ਬੀਜ ਤੱਕ ਹੁੰਦਾ ਹੈ। ਜਦੋਂ ਬੀਜ ਬੀਜਿਆ ਜਾਂਦਾ ਧਰਤੀ ਦੇ ਅੰਦਰ, ਤੇ ਉਸ ਵੇਲੇ ਇੱਕ ਦਰਖਤ ਪੈਦਾ ਹੁੰਦਾ ਹੈ। ਵੇਖਣ ਨੂੰ ਬੀਜ ਬਿਲਕੁਲ ਨਿੱਕਾ ਜਿਹਾ ਸੀ, ਬੋਹੜ ਦਾ ਬੀਜ ਕਿੰਨਾ ਕੁ ਕਹਿ ਰਿਹਾ ਹੈ, ਬਿਲਕੁਲ ਇੰਨਾ ਕੁ ਬਰੀਕ ਸਾਡੇ ਨਹੁੰ ਵਿੱਚ ਆ ਜਾਵੇਗਾ। ਲੇਕਿਨ ਜਦੋਂ ਧਰਤੀ ਵਿੱਚ ਬੀਜਿਆ ਜਾਂਦਾ ਹੈ, ਉਹ ਫਲੀ ਭੂਤ ਹੁੰਦਾ ਹੈ। ਇੱਕ ਬਹੁਤ ਵੱਡਾ ਬੋਹੜ ਦਾ ਦਰਖਤ ਉਹ ਸਾਹਮਣੇ ਨਜ਼ਰ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਬੀਜ ਵੀ ਦੇਖਿਓ ਬਹੁ ਪ੍ਰਕਾਰਾ, ਫਲ ਪਾ ਕੇ ਤੇ ਏਕੰਕਾਰਾ। ਲੇਕਿਨ ਜਦੋਂ ਦਰਖਤ ਨੂੰ ਲੱਗਾ ਹੋਇਆ ਫਲ ਪੱਕ ਜਾਂਦਾ ਹੈ, ਜਿਹੜਾ ਬੀਜ ਧਰਤੀ ਵਿੱਚ ਬੀਜਿਆ ਸੀ, ਹੁਣ ਉਹੀ ਬੀਜ ਜਿਹੜਾ ਉਸ ਫਲ ਦੇ ਅੰਦਰ ਹੈ। ਇਹ ਨਹੀਂ ਕਿ ਧਰਤੀ ਦਾ ਨਿੱਕਾ ਜਿਹਾ ਬੀਜ ਬੀਜਿਆ ਤੇ ਉੱਪਰ ਫਲ ਦੇ ਅੰਦਰ ਵੱਡਾ ਬੀਜ ਪਿਆ, ਐਸੇ ਹੀ ਨਹੀਂ। ਬਿਲਕੁਲ ਜਿੱਦਾਂ ਦਾ ਬੀਜ ਧਰਤੀ ਵਿੱਚ ਬੀਜਿਆ ਸੀ, ਉਦਾਂ ਦਾ ਬੀਜ ਹੀ ਫਲ ਵਿੱਚੋਂ ਆਵੇਗਾ। ਸਤਿਗੁਰ ਕਹਿੰਦੇ ਨੇ ਇਹ ਸਾਰੀ ਰਚਨਾ ਜਿਹੜੀ ਹੈ ਉਸ ਨਿਰੰਕਾਰ ਪ੍ਰਮਾਤਮਾ ਦੀ ਹੈ। ਇਸ ਵਾਸਤੇ ਸਤਿਗੁਰ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਇੱਕ ਹੈ, ਅਮਰ ਹੈ, ਸਦਾ ਰਹਿਣ ਵਾਲਾ, ਜੂਨਾ ਤੋਂ ਰਹਿਤ ਹੈ, ਜਿਹਦੀ ਕੋਈ ਜਾਤ ਨਹੀਂ। ਜਿਹਨੂੰ ਸਤਿਗੁਰ ਜੀ ਕਹਿੰਦੇ ਨੇ ਅਗਮ ਅਗੋਚਰ ਰੂਪ ਨਾ ਰੇਖਿਆ। ਅਗਮ ਤੋਂ ਭਾਵ ਹੈ ਉਹ ਪ੍ਰਮਾਤਮਾ ਜਿਹਦੇ ਤੱਕ ਸਾਡੀ ਕੋਈ ਪਹੁੰਚ ਨਹੀਂ ਹੈ। ਅਗੋਚਰ, ਅਗੋਚਰ, ਗੋਚਰ ਕਹਿੰਦੇ ਹਨ ਸਾਡੇ ਜਿਹੜੇ ਗਿਆਨ ਇੰਦਰੇ ਹਨ। ਐੜਾ ਅੱਗੇ ਲੱਗ ਗਿਆ, ਭਾਵ ਸਾਡੇ ਜਿਹੜੇ ਗਿਆਨ ਇੰਦਰੇ ਹਨ ਉਹਨਾਂ ਦੀ ਪਹੁੰਚ ਵੀ ਉਸ ਨਿਰੰਕਾਰ ਵਾਹਿਗੁਰੂ ਤੱਕ ਨਹੀਂ ਹੈ। ਰੂਪ ਨਾ ਰੇਖਿਆ, ਉਸ ਵਾਹਿਗੁਰੂ ਦਾ ਕੋਈ ਰੂਪ ਨਹੀਂ, ਕੋਈ ਖਾਸ ਰੂਪ ਨਹੀਂ ਹੈ, ਕੋਈ ਖਾਸ ਉਹਦਾ ਵਰਨ ਚਿਹਨ ਨਹੀਂ ਹੈ। ਜਿਹਨੂੰ ਬਾਣੀ ਅੰਦਰ ਸਤਿਗੁਰ ਕਹਿੰਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇਹ ਗੁਣ ਤੇ ਪ੍ਰਭ ਭਿੰਨ, ਤਿਸੇ 부ਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਉਸ ਵਾਹਿਗੁਰੂ ਦਾ ਖਾਸ ਰੂਪ ਨਹੀਂ, ਜਿਸ ਰੂਪ ਦੇ ਅੰਦਰ ਵੀ ਉਹਨੂੰ ਯਾਦ ਕਰੀਏ, ਉਹ ਉਸੇ ਰੂਪ ਦੇ ਅੰਦਰ ਆ ਕੇ ਦਰਸ਼ਨ ਦੇ ਦਿੰਦਾ ਹੈ। ਕਿਉਂਕਿ ਭਗਤਾਂ ਨੇ ਜਦੋਂ ਉਹਨਾਂ ਉੱਤੇ ਭੀੜ ਦਾ ਸਮਾਂ ਬਣਿਆ, ਤੇ ਵੱਖ-ਵੱਖ ਸਮੇਂ ਅੰਦਰ ਪ੍ਰਮਾਤਮਾ ਨੇ ਵੱਖ-ਵੱਖ ਰੂਪ ਧਾਰਨ ਕੀਤੇ ਹਨ। ਜਿਸ ਵੇਲੇ ਪ੍ਰਹਿਲਾਦ ਦੇ ਉੱਤੇ ਭਿਆਨਕ ਸਮਾਂ ਆਇਆ, ਉਹਦਾ ਪਿਤਾ ਹਰਨਾਕਸ਼ਪ ਜਿਹੜਾ ਹਰਨਾਕਸ਼ ਹੈ, ਉਹਨੂੰ ਕਹਿਣ ਲੱਗਾ, ਇਸ ਥੰਮ ਨੂੰ ਜੱਫੀ ਪਾ ਲੈ, ਜੇ ਤੂੰ ਕਹਿੰਦਾ ਰਾਮ ਪਰਮਾਤਮਾ ਹਰੇਕ ਕਣ ਦੇ ਅੰਦਰ ਸਮਾਇਆ ਹੈ। ਜਿਹੜਾ ਥੰਮ ਹੈ ਉਹਨੂੰ ਬਹੁਤ ਤੱਤਾ ਕੀਤਾ ਗਿਆ, ਗਰਮ ਕੀਤਾ ਗਿਆ, ਲਾਲ ਕਰ ਦਿੱਤਾ ਗਿਆ ਕਿ ਇਹਨੂੰ ਜੱਫੀ ਪਾ। ਹੁਣ ਭਗਤ ਪ੍ਰਹਿਲਾਦ ਦੇ ਮਨ ਅੰਦਰ ਰੱਬ ਪ੍ਰਤੀ ਭਰੋਸਾ ਹੈ। ਔਰ ਕਈ ਵਾਰ ਤਾਂ ਅਸੀਂ ਇਹ ਵੀ ਵਿਚਾਰ ਸੁਣਦੇ ਹਾਂ ਕਿ ਉਹਦੇ ਉੱਤੇ ਕੀੜੀ ਚੱਲਦੀ ਨਜ਼ਰ ਆਈ ਤੇ ਭਗਤ ਪ੍ਰਹਿਲਾਦ ਦੇ ਮਨ ਅੰਦਰ ਹੋਰ ਭਰੋਸਾ ਵੱਜ ਗਿਆ। ਪਰ ਪੁਰਾਣੇ ਸਮੇਂ ਧਾਰਨਾ ਵੀ ਪੜ੍ਹਦੇ ਹੁੰਦੇ ਸਨ, ਜੇ ਕੀੜੇ ਨਾ ਬਣਦੇ ਹੋ ਰਾਮਾ ਤਾਂ ਪ੍ਰਹਿਲਾਦ ਡੋਲ ਜਾਂਦਾ। ਲੇਕਿਨ ਬਾਣੀ ਅੰਦਰ ਐਸਾ ਕੋਈ ਸਾਨੂੰ ਜ਼ਿਕਰ ਨਹੀਂ ਮਿਲਦਾ ਕਿ ਕੀੜੀ ਜਿਹੜੀ ਹੈ ਉਹ ਥੰਮ ਦੇ ਉੱਤੇ ਤੁਰਦੀ ਨਜ਼ਰ ਆਈ ਹੋਵੇ।
ਭਗਤ ਦੇ ਮਨ ਅੰਦਰ ਭਰੋਸਾ ਹੈ ਕਿ ਇਸ ਥੰਮ ਅੰਦਰ ਵੀ ਪ੍ਰਮਾਤਮਾ ਹੈ। ਤੇ ਜਿਸ ਵੇਲੇ ਕਹਿੰਦੇ ਥੰਮ ਨੂੰ ਨੇ ਜਾ ਕੇ ਜੱਫੇ ਪਾ ਲਈ, ਥੰਮ ਬਿਲਕੁਲ ਠੰਡਾ ਠਾਰ ਹੋ ਗਿਆ, ਉਹਦੇ ਵਿੱਚੋਂ ਪ੍ਰਮਾਤਮਾ ਨੇ ਜਿਹੜਾ ਸਰੂਪ ਧਾਰਨ ਕੀਤਾ ਉਹ ਨਰ ਸਿੰਘ ਵਾਲਾ ਸੀ। ਨਰ ਸਿੰਘ ਭਾਵ ਅੱਧਾ ਜਿਹੜਾ ਸਰੀਰ ਹੈ, ਜਿਹੜਾ ਮੂੰਹ ਹੈ, ਸਿਰ ਹੈ, ਉਹ ਸ਼ੇਰ ਵਾਲਾ, ਤੇ ਧੜ ਜਿਹੜਾ ਉਹ ਮਨੁੱਖ ਵਾਲਾ। ਹਰਨਾਕਸ਼ ਨੂੰ ਸਮਝ ਨਾ ਆਵੇ ਕਿ ਇਹ ਸਾਹਮਣੇ ਕੀ ਪ੍ਰਗਟ ਹੋਇਆ, ਕਿਉਂਕਿ ਪ੍ਰਮਾਤਮਾ ਜਿਹੜਾ ਹੈ ਜੋ ਵਰ ਮੰਗਿਆ ਰੱਬ ਦੇ ਕੋਲੋਂ ਉਹਨੂੰ ਵੀ ਪੂਰਾ ਕਰਦਾ ਹੈ। ਕਹਿੰਦੇ ਹਰਨਾਕਸ਼ ਨੇ ਬੰਦਗੀ ਕੀਤੀ, ਉਹਨੇ ਵਰ ਮੰਗੇ ਸੀ, ਨਾ ਦਿਨ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਾਰਾਂ ਨਾ ਬਾਹਰ ਮਾਰਾਂ, ਨਾ ਮੈਨੂੰ ਕੋਈ ਸ਼ਸਤਰ ਮਾਰ ਸਕੇ, ਨਾ ਮੈਨੂੰ ਕੋਈ ਮਨੁੱਖ ਮਾਰ ਸਕੇ, ਨਾ ਕੋਈ ਜਾਨਵਰ ਮਾਰ ਸਕੇ। ਪ੍ਰਮਾਤਮਾ ਨੇ ਸਾਰੇ ਬਚਨ ਵੀ ਉਹਦੇ ਪੂਰੇ ਕੀਤੇ ਜੋ ਮੰਗਿਆ ਸੀ। ਕਹਿੰਦੇ ਜਿਸ ਵੇਲੇ ਹਰਨਾਕਸ਼ ਨੂੰ ਮਾਰਿਆ ਉਸ ਵੇਲੇ ਪ੍ਰਮਾਤਮਾ ਉਹਨੂੰ ਆਪਣੇ ਪੱਟਾਂ ਤੇ ਲੈ ਕੇ ਸਰਦਲ ਵਿੱਚ ਬੈਠ ਗਿਆ। ਇੱਕ ਲੱਤ ਜਿਹੜਾ ਪ੍ਰਮਾਤਮਾ ਨਰਸਿੰਘ ਦੇ ਰੂਪ ਅੰਦਰ ਆਇਆ, ਇੱਕ ਪੈਰ ਉਹਦਾ ਸਰਦਲ ਤੋਂ ਬਾਹਰ ਹੈ, ਇੱਕ ਅੰਦਰ ਹੈ ਘਰ ਮਕਾਨ ਵਾਲੇ ਪਾਸੇ। ਨਾ ਦਿਨ ਹੈ ਨਾ ਰਾਤ, ਸੂਰਜ ਅਦਰ ਡੁੱਬਦਾ ਪਿਆ ਹੈ। ਤੇ ਕਹਿਣ ਲੱਗਾ ਹਰਨਾਕਸ਼ ਦੇਖ, ਸੰਸਾਰ ਤੋਂ ਜਾਣਾ ਤਾਂ ਹਰ ਇੱਕ ਨਹੀਂ ਹੈ, ਲੇਕਿਨ ਤੂੰ ਹੰਕਾਰ ਕਰਕੇ ਆਪਣੀ ਚਤਰਾਈ ਨਾਲ ਜੋ ਮੰਗਿਆ ਸੀ ਸ਼ਾਇਦ ਮੈਂ ਸੰਸਾਰ ਤੋਂ ਜਾਵਾਂਗਾ ਨਹੀਂ। ਆ ਦੇਖ, ਨਾ ਤੂੰ ਅੰਦਰ ਹੈ ਨਾ ਤੂੰ ਬਾਹਰ ਹੈ, ਐ ਸਮੇਂ ਨਾ ਦਿਨ ਹੈ ਨਾ ਰਾਤ ਹੈ, ਸੂਰਜ ਡੁੱਬਦਾ ਪਿਆ ਹੈ। ਤੂੰ ਕਹਿੰਦਾ ਨਾ ਕੋਈ ਮਨੁੱਖ ਮਾਰ ਸਕੇ, ਨਾ ਮੈਨੂੰ ਕੋਈ ਜਾਨਵਰ ਮਾਰ ਸਕੇ। ਮੇਰਾ ਸਰੂਪ ਦੇਖ, ਨਾ ਮਨੁੱਖ ਵਾਲਾ ਹੈ ਨਾ ਕੋਈ ਜਾਨਵਰ ਵਾਲਾ ਹੈ। ਤੂੰ ਕਿਹਾ ਸੀ ਮੈਨੂੰ ਕੋਈ ਨਾ ਕੋਈ ਸ਼ਸਤਰ ਮਾਰ ਸਕੇ, ਨਾ ਅਸਤਰ ਮਾਰ ਸਕੇ। ਦੇਖ ਤੈਨੂੰ ਮੈਂ ਉਹ ਚੀਜ਼ ਮਾਰਾਂਗਾ ਜਿਹੜੀ ਨਾ ਜੰਮਦੀ ਹੈ ਨਾ ਮਰਦੀ ਹੈ। ਤੂੰ ਕਿਹਾ ਸੀ ਮੈਨੂੰ ਨਾ ਕੋਈ ਜੰਮਣ ਵਾਲਾ ਮਾਰ ਸਕੇ ਨਾ ਮਾਰਨ ਵਾਲਾ। ਤੇ ਹਰਨਾਕਸ਼ ਨੇ ਜਦੋਂ ਆਪਣੇ ਨੌਹਾਂ ਦੇ ਨਾਲ ਹਰਨਾਕਸ਼ ਨੂੰ ਪ੍ਰਮਾਤਮਾ ਨੇ ਪਾੜਿਆ, ਤੇ ਨੌ ਜਿਹੜੇ ਅਸੀਂ ਦੇਖਦੇ ਹਾਂ ਜਦੋਂ ਵੱਧਦੇ ਹਨ ਇਹਨਾਂ ਨੂੰ ਕੱਟ ਲਿਆ ਜਾਂਦਾ ਹੈ, ਕੱਟਿਆ ਜਾਂਦਾ, ਫਿਰ ਦੂਜੇ ਦਿਨ ਵੱਧ ਜਾਂਦੇ ਹਨ। ਜੇ ਜਿਉਂਦਾ ਹੋਣ ਤੇ ਇਹਨਾਂ ਨੂੰ ਦਰਦ ਹੋਵੇ, ਜੇ ਮਰੇ ਹੋਣ ਤਾਂ ਕਦੀ ਇਹ ਵਧਣ ਨਾ। ਪ੍ਰਮਾਤਮਾ ਨੇ ਨੌਹਾਂ ਦੇ ਨਾਲ ਉਹਦੇ ਦੋ ਫਾੜ ਕਰ ਦਿੱਤੇ। ਉਹ ਨਰਸਿੰਘ ਦਾ ਰੂਪ ਧਾਰਨ ਕਰਕੇ ਪ੍ਰਮਾਤਮਾ ਆਇਆ। ਭਗਤ ਨੇ ਯਾਦ ਕੀਤਾ, ਭਗਤ ਨਾਮਦੇਵ ਜੀ ਨੇ ਯਾਦ ਕੀਤਾ, ਗਰੜ ਤੇ ਬੈਠ ਕੇ ਪ੍ਰਮਾਤਮਾ ਕਹਿੰਦੇ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆ ਗਿਆ। ਕਹਿਣ ਤੋਂ ਭਾਵ ਪ੍ਰਮਾਤਮਾ ਦਾ ਆਪਣਾ ਕੋਈ ਰੂਪ ਰੇਖ ਨਹੀਂ ਹੈ, ਉਹ ਅਜੂਨੀ ਹੈ, ਜੂਨਾ ਤੋਂ ਰਹਿਤ ਹੈ, ਉਹ ਅਕਾਲ ਮੂਰਤ ਹੈ, ਸਮੇਂ ਦਾ ਉਹਦੇ ਤੇ ਕੋਈ ਪ੍ਰਭਾਵ ਨਹੀਂ। ਇਸ ਵਾਸਤੇ ਸਤਿਗੁਰੂ ਕਹਿੰਦੇ ਹਨ ਅਗਮ ਅਗੋਚਰ ਰੂਪ ਨਾ ਰੇਖਿਆ। ਉਸ ਪ੍ਰਮਾਤਮਾ ਤੱਕ ਸਾਡੀ ਕੋਈ ਪਹੁੰਚ ਨਹੀਂ। ਸਾਡੇ ਗਿਆਨ ਇੰਦਰੇ ਵੀ ਉਸ ਨਿਰੰਕਾਰ ਤੱਕ ਪਹੁੰਚ ਨਹੀਂ ਸਕਦੇ ਜਿਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ ਹੈ। ਖੋਜਤ ਖੋਜਤ ਘਟ ਘਟ ਦੇਖਿਆ। ਸਤਿਗੁਰੂ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਮੈਂ ਉਹਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ। ਘਟ ਘਟ ਦੇਖਿਆ, ਇੱਥੇ ਘਟ ਤੋਂ ਭਾਵ ਹੈ ਸਰੀਰ। ਹਰੇਕ ਸਰੀਰ ਵਿੱਚੋਂ ਉਹ ਜਿਹੜਾ ਪ੍ਰਮਾਤਮਾ ਮੈਨੂੰ ਨਜ਼ਰ ਆ ਗਿਆ। ਹਰੇਕ ਸਰੀਰ ਦੇ ਅੰਦਰ ਉਹ ਮਾਲਕ ਬੈਠਾ ਹੈ, ਸਰੀਰ ਤਾਂ ਹੀ ਚੱਲਦਾ ਪਿਆ ਹੈ। ਉਸ ਵਾਹਿਗੁਰੂ ਨੇ ਜੋਤ ਸਾਡੇ ਅੰਦਰ ਰੱਖੀ ਹੈ ਤੇ ਅਸੀਂ ਤੁਰੇ ਫਿਰਦੇ ਹਾਂ, ਅਸੀਂ ਬੋਲਦੇ ਹਾਂ ਉਸ ਮਾਲਕ ਦੀ ਜੋਤ ਦੇ ਨਾਲ, ਕੰਮ ਧੰਦੇ ਕਰਦੇ ਹਾਂ ਉਸ ਮਾਲਕ ਦੀ ਜੋਤ ਦੇ ਨਾਲ। ਇਸੇ ਵਾਸਤੇ ਤਾਂ ਬਾਣੀ ਅੰਦਰ ਸਤਿਗੁਰੂ ਜੀ ਕਹਿੰਦੇ ਹਨ ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ ਤਬ ਕੋਈ ਕਰੋ ਦਿਸਾ ਵਖਿਆਨਾ। ਜੇ ਅਸੀਂ ਕੋਈ ਬੋਲਦੇ ਪਏ ਹਾਂ ਤਾਂ ਰੱਬ ਦੀ ਜੋਤ ਨੇ ਬੋਲਦੇ ਪਏ ਹਾਂ। ਸਤਿਗੁਰ ਕਹਿੰਦੇ ਹਨ ਜਦੋਂ ਪ੍ਰਮਾਤਮਾ ਆਪਣੀ ਜੋਤ ਸਰੀਰ ਵਿੱਚੋਂ ਖਿੱਚ ਲੈਂਦਾ ਹੈ ਫਿਰ ਕਿਸ ਵਿੱਚ ਹਿੰਮਤ ਹੈ ਕਿ ਉਹ ਬੋਲ ਕੇ ਦਿਖਾਵੇ। ਸਰੀਰ ਤਾਂ ਉਹੀ ਪਿਆ ਹੈ, ਹੱਥ ਪੈਰ ਵੀ ਉਹੀ ਲੱਗੇ ਹਨ, ਲੇਕਿਨ ਉਹ ਹੱਥ ਪੈਰ ਹੁਣ ਕੰਮ ਨਹੀਂ ਕਰਦੇ ਕਿਉਂਕਿ ਜਿਹਦੇ ਜਰੀਏ ਕੰਮ ਕਰਦੇ ਸਨ ਉਹ ਤੇ ਅੰਦਰੋਂ ਨਿਕਲ ਗਿਆ। ਇਸੇ ਵਾਸਤੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸੁਚੇਤ ਕਰਦੇ ਹਨ, ਇਹ ਸ਼ਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਸੰਸਾਰ ਵਿੱਚ ਤੂੰ ਜਨਮ ਲਿਆ, ਇਹ ਮਾਲਕ ਦੀ ਬਹੁਤ ਵੱਡੀ ਤੇਰੇ ਉੱਤੇ ਕਿਰਪਾ ਹੋਈ, ਉਹਨੇ ਆਪਣੀ ਜੋਤ ਤੇਰੇ ਅੰਦਰ ਟਿਕਾ ਦਿੱਤੀ ਹੈ ਤੇ ਤਾਂ ਤੂੰ ਜਗ ਵਿੱਚ ਆਇਆ। ਲੇਕਿਨ ਸੰਸਾਰ ਦੇ ਵਿੱਚ ਆ ਕੇ ਅਸੀਂ ਕੀਤਾ ਕੀ ਹੈ? ਇਹ ਵੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਪੁੱਛ ਰਹੇ ਹਨ ਕਿ ਇਹ ਸ਼ਰੀਰਾ ਮੇਰਿਆ ਇਸ ਜਗ में आए के क्या तुद कर्म कमाया, के कर्म कमाया तुद शरीरा जातू जग में आया, जिन हर तेरा रचा रचिया सो हर मन ना वसाया। जिस मालक ने तेनू बनाया, तेनू पैदा किया, तू कदी उन्होंने याद ही नहीं किया।
ਸਤਿਗੁਰ ਨੇ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦਰੀ। ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਗੱਲ ਦੀ ਸਮਝ ਆਵੇਗੀ। ਸਤਿਗੁਰ ਜੀ ਕਹਿੰਦੇ ਹਨ, ਜਦੋਂ ਖੋਜਤ ਖੋਜਤ ਘਟ ਘਟ ਦੇਖਿਆ, ਜਦੋਂ ਸਤਿਗੁਰੂ ਨੇ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ, ਰੱਬ ਕਿਤੇ ਵੱਖਰਾ ਨਹੀਂ ਹੈ, ਰੱਬ ਤੇਰੇ ਨਾਲ ਕੋਈ ਭਿੰਨ ਨਹੀਂ, ਵੱਖਰਾ ਨਹੀਂ, ਬਸ ਉਹਨੂੰ ਲੱਭਣ ਦੀ ਲੋੜ ਹੈ। ਤੇ ਜਿਸ ਵੇਲੇ ਗੁਰੂ ਦੇ ਦਿੱਤੇ ਹੋਏ ਮੰਤਰ ਦੇ ਨਾਲ ਮੈਂ ਗੁਰ ਮੰਤਰ ਦਾ ਜਾਪ ਕੀਤਾ, ਪ੍ਰਮਾਤਮਾ ਨੂੰ ਭਾਲਣਾ ਸ਼ੁਰੂ ਕੀਤਾ, ਤੇ ਉਹ ਕਿਤੇ ਬਾਹਰੋਂ ਥੋੜਾ ਲੱਭਾ ਹੈ, ਉਹ ਤਾਂ ਅੰਦਰੋਂ ਹੀ ਲੱਭ ਗਿਆ, ਕੋਈ ਹੈ ਹੀ ਅੰਦਰ। ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ? ਕਿਉਂਕਿ ਅਸੀਂ ਅੰਦਰੋਂ ਵੇਖਿਆ ਨਹੀਂ। ਜਿੰਨਾ ਚਿਰ ਆਪਣੇ ਅੰਦਰ ਨਹੀਂ ਵੇਖਦੇ, ਹੁਣ ਤਾਂ ਦੂਜੇ ਅੰਦਰ ਨਜ਼ਰ ਨਹੀਂ ਆਵੇਗਾ। ਅਸੀਂ ਦੂਜੇ ਨੂੰ ਕਹਿੰਦੇ ਹਾਂ ਕਿ ਤੂੰ ਮੈਨੂੰ ਜਾਣਦਾ ਨਹੀਂ, ਮੈਂ ਕੌਣ ਹਾਂ। ਸਤਿਗੁਰ ਕਹਿੰਦੇ ਪਹਿਲਾਂ ਤੂੰ ਆਪਣੇ ਆਪ ਨੂੰ ਜਾਣਨ ਦਾ ਯਤਨ ਕਰਕੇ ਤੂੰ ਕੌਣ ਹੈ। ਇਹਨਾਂ ਕਾਹਦਾ ਹੰਕਾਰ ਹੈ? ਤੂੰ ਤਾਂ ਹੈ ਇੱਕ ਰੱਬ ਦੀ ਜੋਤ। ਸਤਿਗੁਰ ਜੀ ਕਹਿੰਦੇ ਹਨ ਕਿ ਖੋਜਤ ਖੋਜਦੇ ਘਟ ਘਟ ਦੇਖਿਆ, ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਭਾਲਣਾ ਸ਼ੁਰੂ ਕੀਤਾ, ਹਰੇਕ ਸਰੀਰ ਵਿੱਚੋਂ ਉਹ ਪ੍ਰਮਾਤਮਾ ਨਜ਼ਰ ਆਇਆ। ਤਾਈਓ ਤਾਂ ਕਲਗੀਧਰ ਪਿਤਾ ਜੀ ਕਹਿੰਦੇ ਹਨ, ਕਹੂੰ ਫੂਲ ਰਾਜਾ ਹਵ ਬੈਠਾ, ਕਹੂੰ ਸਿਮਟ ਪਇਓ ਸ਼ੰਕਰ ਇਕੱਠਾ। ਕਿਤੇ ਪ੍ਰਮਾਤਮਾ ਫੁੱਲ ਕੇ ਰਾਜਾ ਬਣਿਆ ਬੈਠਾ ਹੈ, ਕਿਤੇ ਬਿਲਕੁਲ ਸੁੰਗੜ ਕੇ ਇਕੱਠਾ ਹੋ ਕੇ ਮੰਗਤਾ ਬਣ ਕੇ ਬੈਠਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਰੋਜ਼ ਸਾਨੂੰ ਉਪਦੇਸ਼ ਦਿੰਦੇ ਹਨ। ਸਤਿਗੁਰ ਜੀ ਕਹਿੰਦੇ ਹਨ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਭਿਖਾਰੀ ਅੰਦਰ ਵੀ ਤੂੰ ਹੈ, ਤੇ ਜਿਹੜਾ ਦਾਤਾ ਬਣ ਕੇ ਦਾਤ ਦੇਣ ਵਾਲਾ, ਉਹਦੇ ਅੰਦਰ ਵੀ ਤੂੰ ਆਪ ਬੈਠਾ ਹੈ। ਕਿਉਂਕਿ ਹਰੇਕ ਸਰੀਰ ਦੇ ਅੰਦਰ ਮਾਲਕ ਪ੍ਰਮਾਤਮਾ ਆਪ ਹੈ। ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਜਿਸ ਮਾਲਕ ਗੁਰੂ ਨੇ ਆਪ ਵੀ ਪ੍ਰਮਾਤਮਾ ਦੇਖਿਆ ਤੇ ਮੈਨੂੰ ਵੀ ਦਿਖਲਾ ਦਿੱਤਾ ਹੈ। ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੇ ਗੁਰੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹਨ। ਫਿਰ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਹੋਏ? ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਸੀਂ ਕੇਵਲ 2 ਗੁਰਪੁਰਬ ਮਨਾਉਂਦੇ ਹਾਂ। ਸਤਿਗੁਰ ਜੀ ਦਾ ਪ੍ਰਕਾਸ਼ ਗੁਰਪੁਰਬ ਤੇ ਸਤਿਗੁਰ ਦਾ ਜੋਤੀ ਜੋਤ ਦਿਵਸ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸੀਂ 2 ਹੀ ਗੁਰਪੁਰਬ ਮਨਾਉਂਦੇ ਹਾਂ। ਇੱਕ ਪਹਿਲਾ ਪ੍ਰਕਾਸ਼ ਗੁਰਪੁਰਬ, ਇੱਕ ਗੁਰਤਾ ਗੱਦੀ ਗੁਰਪੁਰਬ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਤਾ ਗੁਰਿਆਈ ਗੱਦੀ ਪੁਰਬ ਨਹੀਂ ਮਨਾਇਆ ਜਾਂਦਾ, ਕਿਉਂਕਿ ਸਤਿਗੁਰ ਜੀ ਧੁਰ ਦਰਗਾਹ ਤੋਂ ਨਿਰੰਕਾਰ ਦੇ ਘਰ ਵਿੱਚੋਂ ਹੀ ਪ੍ਰਮਾਤਮਾ ਨੇ ਉਹਨਾਂ ਨੂੰ ਸਾਰੀਆਂ ਦਾਤਾਂ ਦੇ ਕੇ ਭੇਜਿਆ, ਗੁਰੂ ਬਣਾ ਕੇ ਭੇਜਿਆ ਸੰਸਾਰ ਦੇ ਅੰਦਰ। ਇਸ ਵਾਸਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਗੁਰਤਾ ਗੱਦੀ ਗੁਰਪੁਰਬ ਨਹੀਂ ਮਨਾਇਆ ਜਾਂਦਾ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋਤੀ ਜੋਤ ਪੁਰਬ ਨਹੀਂ, ਕਿਉਂਕਿ ਇਹ ਜੁਗੋ ਜੁਗ ਅਟਲ ਸਤਿਗੁਰੂ ਹਨ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਧਾਂ ਨੇ ਪੁੱਛਿਆ, ਅਸੀਂ ਤੁਹਾਡਾ ਗੁਰੂ ਕੌਣ ਹੈ? ਜੇ ਕੋਈ ਸਾਨੂੰ ਪੁੱਛ ਲਵੇ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ, ਤੇ ਅਸੀਂ ਬਾਣੀ ਪੜ੍ਹੀ ਹੋਵੇਗੀ, ਸਾਨੂੰ ਪਤਾ ਹੋਵੇਗਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਤਿਗੁਰ ਕਹਿੰਦੇ ਹਨ, ਮੇਰਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਹਯਾਤੀ ਅੰਦਰ, ਜੀਵਨ ਅੰਦਰ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਹੈ, ਸ਼ਬਦ ਨੂੰ ਗੁਰੂ ਮੰਨਿਆ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਹਨੇ ਆਪ ਵੀ ਦੇਖ ਦਿਖਾਵੈ, ਜਿਹਨੇ ਆਪ ਵੀ ਪ੍ਰਮਾਤਮਾ ਵੇਖਿਆ ਤੇ ਮੈਨੂੰ ਵੀ ਉਹ ਪ੍ਰਮਾਤਮਾ ਦਿਖਾ ਦਿੱਤਾ ਹੈ। ਗੁਰ ਪ੍ਰਸਾਦ ਪਰਮ ਪਦ ਪਾਈ। ਜਦੋਂ ਗੁਰੂ ਨੇ ਪ੍ਰਮਾਤਮਾ ਦਾ ਦੀਦਾਰ ਕਰਵਾ ਦਿੱਤਾ, ਹਰੇਕ ਜੀਵ ਅੰਦਰ ਪ੍ਰਮਾਤਮਾ ਵਸਦਾ ਹੋਇਆ ਨਜ਼ਰ ਆ ਗਿਆ। ਕਿਉਂਕਿ ਇਹ ਅਵਸਥਾ ਉਹਨਾਂ ਦੀ ਬਣਦੀ ਹੈ ਜਿਹੜੇ ਗੁਰੂ ਦੇ ਹੁਕਮ ਦੇ ਪਹਿਰਾ ਦਿੰਦੇ ਹਨ, ਜਿਹੜੇ ਗੁਰੂ ਨੂੰ ਪ੍ਰਮਾਤਮ ਸਰੂਪ ਜਾਣਦੇ ਹਨ। ਬਚਨ ਅਸੀਂ ਪੜ੍ਹਦੇ ਹਾਂ ਬਾਣੀ ਦੇ ਅੰਦਰ, ਸਤਿਗੁਰ ਕਹਿੰਦੇ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਜੋ ਗੁਰੂ ਕਰਦਾ ਹੈ ਸਮਝ ਲਓ ਉਹ ਰੱਬ ਨੇ ਕੀਤਾ, ਜੋ ਰੱਬ ਨੇ ਕੀਤਾ ਉਹ ਗੁਰੂ ਨੇ ਕੀਤਾ। ਕਿਉਂਕਿ ਗੁਰੂ ਅਤੇ ਪ੍ਰਮਾਤਮਾ ਦੇ ਅੰਦਰ ਕੋਈ ਭੇਦ ਨਹੀਂ, ਭਿੰਨ ਨਹੀਂ, ਫਰਕ ਨਹੀਂ ਹੈ। ਜਦੋਂ ਕਲਗੀਧਰ ਪਿਤਾ ਦੇ ਦੀਵਾਨ ਦੇ ਅੰਦਰ ਬੈਠੇ ਸਨ, ਇਤਿਹਾਸ ਅੰਦਰ ਲਿਖਿਆ ਹੈ ਕਿ ਉਸ ਵੇਲੇ ਇੱਕ ਸਿੱਖ ਨੇ ਆ ਕੇ ਕੀਮਤੀ ਜਿਹੜੀ ਪੁਸ਼ਾਕ ਹੈ ਉਹ ਕਲਗੀਧਰ ਪਿਤਾ ਜੀ ਨੂੰ ਭੇਟਾ ਕਰ ਦਿੱਤੀ ਤੇ ਨਾਲ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰਕੇ ਇਸ ਜਿਹੜੀ ਪੁਸ਼ਾਕ ਦਾਸ ਵੱਲੋਂ ਭੇਟ ਕੀਤੀ ਗਈ,
ਇਹ ਆਪ ਜੀ ਨੇ ਪ੍ਰਵਾਨ ਕਰ ਲੈਣੀ, ਸਤਿਗੁਰ ਨੇ ਆਪਣੇ ਕਰ ਕਮਲਾਂ ਦੇ ਅੰਦਰ ਲਈ। ਤੇ ਨਾਲ ਹੀ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਬੈਠੇ ਸਨ। ਕਲਗੀਧਰ ਪਿਤਾ ਜੀ ਨੇ ਉਹ ਪੋਸ਼ਾਕ ਭਾਈ ਨੰਦ ਲਾਲ ਨੂੰ ਦੇ ਦਿੱਤੀ। ਕਹਿਣਗੇ ਭਾਈ ਨੰਦ ਲਾਲ ਜੀ, ਆਹ ਜਿਹੜੀ ਪੋਸ਼ਾਕ ਹੈ ਤੁਸਾਂ ਨੇ ਕੱਲ੍ਹ ਨੂੰ ਗੁਰੂ ਦਰਬਾਰ ਅੰਦਰ ਪਹਿਨ ਕੇ ਆਉਣੀ ਹੈ। ਕੱਲ੍ਹ ਨਹੀਂ ਪਹਿਨਣੀ, ਹਮੇਸ਼ਾ ਜਦੋਂ ਆਓ ਇਹ ਪੋਸ਼ਾਕ ਪਹਿਨ ਕੇ ਆਇਆ ਕਰੋ। ਭਾਈ ਨੰਦ ਲਾਲ ਨੇ 7 ਵਚਨ ਕਿਹਾ ਤੇ ਉਹ ਪੋਸ਼ਾਕ ਆਪਣੇ ਹੱਥਾਂ ਅੰਦਰ ਲੈ ਲਈ। ਦੀਵਾਨ ਦੀ ਸਮਾਪਤੀ ਹੋਈ। ਕਲਗੀਧਰ ਪਿਤਾ ਉੱਠ ਕੇ ਆਪਣੇ ਮਹਿਲਾਂ ਨੂੰ ਚਲੇ ਗਏ, ਘਰ ਚਲੇ ਗਏ ਤੇ ਭਾਈ ਨੰਦ ਲਾਲ ਜੀ ਆਪਣੇ ਟਿਕਾਣੇ ਤੇ ਚਲੇ ਗਏ। ਜਿਸ ਵੇਲੇ ਦੀਵਾਨ ਵਿੱਚੋਂ ਨਿਕਲੇ ਹਨ ਭਾਈ ਨੰਦ ਲਾਲ ਜੀ, ਕੀ ਦੇਖਿਆ ਇੱਕ ਬਾਹਰ ਭਿਖਾਰੀ ਬੈਠਾ ਹੈ, ਜਿਹੜਾ ਠੰਡ ਦੇ ਨਾਲ ਠਰੂ ਠਰੂ ਕਰਦਾ, ਸਰੀਰ ਉੱਤੇ ਕੋਈ ਮੋਟਾ ਕੱਪੜਾ ਨਹੀਂ। ਤੇ ਭਾਈ ਨੰਦ ਲਾਲ ਦੇ ਮਨ ਅੰਦਰ ਦਇਆ ਆਈ, ਉਹੀ ਪੋਸ਼ਾਕ ਚੁੱਕ ਕੇ ਉਸ ਭਿਖਾਰੀ ਨੂੰ ਦੇ ਦਿੱਤੀ। ਤੇ ਜਿਸ ਵੇਲੇ ਜਿਹੜੇ ਹੁਣ ਚੁਗਲ ਲੋਕ ਹਨ, ਨਿੰਦਕ ਲੋਕ, ਉਹ ਚੁਗਲੀ ਕਰਨ ਤੋਂ ਬਾਜ ਨਹੀਂ ਆਉਂਦੇ। ਇਹ ਜ਼ਰੂਰੀ ਅਜੋਕੇ ਸਮੇਂ ਅੰਦਰ ਗੱਲ ਨਹੀਂ, ਗੁਰੂ ਸਾਹਿਬਾਨਾਂ ਦੇ ਸਮੇਂ ਵੀ ਇਹ ਵਰਤਾਰਾ ਵਰਤਦਾ ਹੀ ਰਿਹਾ ਹੈ। ਹੁਣ ਜਿਹੜੇ ਭਾਈ ਨੰਦ ਲਾਲ ਈਰਖਾ ਕਰਨ ਵਾਲੇ ਸਨ, ਕਿਉਂਕਿ ਪਤਾ ਭਾਈ ਨੰਦ ਲਾਲ ਨੂੰ ਸਤਿਗੁਰੂ ਬੜਾ ਪਿਆਰ ਕਰਦੇ ਹਨ, ਆਪਣੇ ਸਾਹਮਣੇ ਬਿਠਾ ਲੈਂਦੇ ਹਨ, ਤੇ ਉਹਨਾਂ ਨੂੰ ਮੌਕਾ ਮਿਲ ਗਿਆ। ਜਿਸ ਵੇਲੇ ਸਤਿਗੁਰੂ ਕਲਗੀਧਰ ਪਿਤਾ ਦੇ ਦੀਵਾਨ ਅੰਦਰ ਆਏ, ਭਾਈ ਨੰਦ ਲਾਲ ਜੀ ਵੀ ਆਏ। ਉਹਨਾਂ ਨੇ ਆਣ ਕਦਮ ਪੁਸ਼ੀ ਕੀਤੀ, ਮੱਥਾ ਟੇਕਿਆ, ਕੋਲ ਬੈਠ ਗਏ। ਤੇ ਜਿਹੜੇ ਚੋਲੀ ਕਰਨ ਵਾਲੇ ਸਨ, ਉਹਨਾਂ ਨੇ ਭਾਈ ਨੰਦ ਲਾਲ ਤੋਂ ਆਉਣ ਤੋਂ ਪਹਿਲਾਂ ਹੀ ਕਲਗੀਧਰ ਪਿਤਾ ਨੂੰ ਕਿਹਾ, ਸਤਿਗੁਰੂ ਜੀ, ਅਸੀਂ ਕੱਲ ਆਪਣੀਆਂ ਅੱਖਾਂ ਨਾਲ ਵੇਖਿਆ, ਪਰ ਜਿਹੜੇ ਤੁਸੀਂ ਬੜੇ ਪਿਆਰ ਦੇ ਨਾਲ ਜਿਹੜੀ ਪੋਸ਼ਾਕ ਹੈ ਭਾਈ ਨੰਦ ਲਾਲ ਨੂੰ ਦਿੱਤੀ ਸੀ, ਉਹਨਾਂ ਨੇ ਤੁਹਾਡੇ ਪੋਸ਼ਾਕ ਦੀ ਦਿੱਤੀ ਦਾਤ ਦੀ ਕੋਈ ਕਦਰ ਨਹੀਂ ਕੀਤੀ। ਬਾਹਰ ਭਿਖਾਰੀ ਬੈਠਾ ਸੀ, ਉਹਨੂੰ ਦੇ ਦਿੱਤੀ ਹੈ। ਜਦੋਂ ਉਹਦੇ ਮਨ ਅੰਦਰ ਪਿਆਰ ਹੁੰਦਾ ਤੇ ਆਪਣੇ ਕੋਲ ਨਾ ਰੱਖਦਾ। ਬੜੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ। ਹੁਣ ਸਤਿਗੁਰੂ ਤਾਂ ਅੰਤਰਜਾਮੀ ਹਨ, ਦਿਲ ਦੀ ਗੱਲ ਜਾਣਦੇ ਹਨ। ਉਹਨਾਂ ਨੇ ਵੀ ਸਿੱਖਾਂ ਦੇ ਬਚਨ ਸੁਣਿਆ, ਕਹਿ ਲਏ ਕਿ ਕੋਈ ਨਹੀਂ, ਭਾਈ ਨੰਦ ਲਾਲ ਆਉਂਦੇ ਹਨ, ਪੁੱਛਾਂਗੇ ਉਹਨਾਂ ਨੂੰ ਤਾੜ ਕੇ ਵੀ ਕੀ ਗੱਲ ਤੁਸੀਂ ਪੋਸ਼ਾਕ ਪਾ ਕੇ ਨਹੀਂ ਆਏ। ਤੇ ਸਿੱਖ ਬੜੇ ਜਿਹੜੇ ਈਰਖਾਲੂ ਸਨ, ਉਹ ਬੜੇ ਖੁਸ਼ ਹੋਏ, ਅੱਜ ਭਾਈ ਨੰਦ ਲਾਲ ਦੀ ਕਲਾਸ ਲੱਗੇਗੀ। ਭਾਈ ਨੰਦ ਲਾਲ ਜੀ ਆਏ, ਕਦਮ ਪੁਸ਼ੀ ਕੀਤੀ, ਕੋਲ ਬੈਠ ਗਏ। ਤੇ ਕਲਗੀਧਰ ਪਿਤਾ ਇਹ ਕਹਿਣ ਲੱਗੇ, ਭਾਈ ਨੰਦ ਲਾਲ, ਅਸੀਂ ਤੁਹਾਨੂੰ ਕੱਲ ਪੋਸ਼ਾਕ ਦਿੱਤੀ ਸੀ, ਇਹ ਵੀ ਕਿਹਾ ਸੀ ਕੱਲ੍ਹ ਨੂੰ ਦੀਵਾਨ ਅੰਦਰ ਪਹਿਨ ਕੇ ਆਇਓ, ਉਹ ਪੋਸ਼ਾਕ ਕਿੱਥੇ ਹੈ, ਤੁਸੀਂ ਪਾ ਕੇ ਕਿਉਂ ਨਹੀਂ ਆਏ? ਤੇ ਭਾਈ ਨੰਦ ਲਾਲ ਨੇ ਦੋਨੋਂ ਹੱਥ ਜੋੜੇ, ਸਤਿਗੁਰੂ, ਕਿਹੜੇ ਪੋਸ਼ਾਕ ਦੀ ਗੱਲ ਕਰਦੇ ਹੋ? ਕਹਿਣ ਲੱਗੇ, ਤੁਹਾਨੂੰ ਕੱਲ ਪੋਸ਼ਾਕ ਦਿੱਤਾ, ਸਿੱਖ ਗਵਾਹ ਇਸ ਗੱਲ ਦੇ, ਆ ਸਿੱਖਾਂ ਨੂੰ ਪੁੱਛ ਲਓ, ਇਹਦੇ ਸਾਹਮਣੇ ਪੋਸ਼ਾਕ ਦਿੱਤੀ ਹੈ। ਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਸਤਿਗੁਰੂ, ਪਹਿਲਾਂ ਤੁਸੀਂ ਦੇ ਦਿੰਦੇ ਹੋ, ਮੁੜ ਕੇ ਆਪੇ ਮੰਗ ਲੈਂਦੇ ਹੋ। ਹੁਣ ਤੁਸੀਂ ਚੀਜ਼ ਦਿੱਤੀ ਹੋਵੇ, ਮੰਗੀ ਹੋਵੇ, ਤੇ ਮੈਂ ਨਾ ਦੇਵਾਂ, ਇਹ ਕਿੱਦਾਂ ਹੋ ਸਕਦਾ ਹੈ? ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ ਦੱਸੋ, ਮੈਂ ਮੰਗੀ ਹੈ ਇਹਦੇ ਕੋਲੋਂ? ਮੈਂ ਤਾਂ ਕੇਵਲ ਪੋਸ਼ਾਕ ਦੇ ਦਿੱਤੀ। ਤੇ ਭਾਈ ਨੰਦ ਲਾਲ ਨੇ ਦੋਨੋਂ ਹੱਥ ਜੋੜੇ, ਸਤਿਗੁਰੂ, ਦੀਵਾਨ ਅੰਦਰ ਤੁਸੀਂ ਗੁਰੂ ਬਣ ਕੇ ਮੈਨੂੰ ਪੋਸ਼ਾਕ ਦਿੱਤੀ ਸੀ, ਲੇਕਿਨ ਜਦੋਂ ਬਾਹਰ ਨਿਕਲਿਆ ਭਿਖਾਰੀ ਬਣ ਕੇ ਮੇਰੇ ਕੋਲੋਂ ਤੁਸੀਂ ਮੰਗ ਵੀ ਲਈ। ਤੁਸੀਂ ਹੁਣ ਮੰਗੋ ਤੇ ਚੀਜ਼ ਮੈਂ ਨਾ ਦੇਵਾਂ, ਇਹ ਕਿੱਦਾਂ ਹੋ ਸਕਦਾ ਹੈ? ਤੇ ਕਲਗੀਧਰ ਪਿਤਾ ਜੀ ਆਪਣੇ ਤਖਤ ਤੋਂ ਉੱਠੇ, ਭਾਈ ਨੰਦ ਲਾਲ ਆਪਣੇ ਗਲੇ ਨਾਲ ਲਾਇਆ, ਕਹਿਣਗੇ, ਗੁਰਸਿੱਖੋ, ਇਹ ਸਮ ਦ੍ਰਿਸ਼ਟੀ ਹੈ, ਇਹਨੇ ਗੁਰੂ ਨੂੰ ਪਹਿਚਾਨਿਆ ਹੈ, ਹਰੇਕ ਅੰਦਰ ਪਰਮਾਤਮਾ ਦੀ ਜੋਤ ਨੂੰ ਵੇਖਿਆ ਹੈ। ਸਤਿਗੁਰੂ ਇਹੋ ਹੀ ਕਹਿੰਦਾ, ਹਰੇਕ ਅੰਦਰ ਰੱਬ ਦੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇੱਥੇ ਸਤਿਗੁਰੂ ਕਹਿੰਦੇ ਹਨ, ਗੁਰ ਪ੍ਰਸਾਦ ਪਰਮ ਪਦ ਪਾਈ। ਇਹ ਪਦਵੀ ਕਦੋਂ ਮਿਲਦੀ ਹੈ? ਇਹ ਆਤਮਾ ਦਰਜਾ ਕਦੋਂ ਪ੍ਰਾਪਤ ਹੁੰਦਾ ਹੈ? ਜਦੋਂ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਇਸ ਵਕਤ ਸਤਿਗੁਰੂ ਕਹਿੰਦੇ, ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਉਸ ਨਿਰੰਕਾਰ ਨੂੰ ਹਰੇਕ ਸਰੀਰ ਵਿੱਚ ਵਸਦਾ ਵੇਖ ਲੈਂਦੇ ਹਨ, ਫਿਰ ਇੱਕੋ ਹੀ ਗੱਲ ਕਹਿੰਦੇ ਹਨ, ਕਿਆ ਜਪ ਜਪੂੰ ਬਿਨ ਜਗਦੀਸ਼ੈ। ਪਰਮਾਤਮਾ ਤੋਂ ਬਿਨਾਂ ਮੈਂ ਕਿਹਦਾ ਜਾਪ ਜਪਾਂ? ਪਰਮਾਤਮਾ ਤੋਂ ਬਿਨਾਂ ਮੈਂ ਕਿਹਦਾ ਨਾਮ ਲਵਾਂ? ਕਿਉਂਕਿ ਹਰੇਕ ਜਗ੍ਹਾ ਉੱਤੇ ਹੀ ਪਰਮਾਤਮਾ ਹੈ। ਗੁਰ ਕੈ ਸ਼ਬਦ ਮਹਿਲ ਕਰ ਦੀਸੈ। ਸਤਿਗੁਰੂ ਕਹਿੰਦੇ, ਜਦੋਂ ਕੋਈ ਗੁਰੂ ਦੇ ਸ਼ਬਦ ਵਿੱਚ ਜੁੜ ਜਾਂਦਾ ਹੈ, ਗੁਰੂ ਕੈ ਸ਼ਬਦ, ਦੱਦੇ ਨੂੰ ਸਿਆਰੀ ਸ਼ਬਦ ਵਿੱਚ, ਗੁਰੂ ਦੇ ਸ਼ਬਦ ਰਾਹੀਂ ਮਹਿਲ ਘਰ ਦੀਸੈ, ਉਹਨੂੰ ਪਰਮਾਤਮਾ ਦੇ ਘਰ ਦਾ ਮਹਿਲ ਮਿਲ ਜਾਂਦਾ ਹੈ, ਪਰਮਾਤਮਾ ਦੇ ਘਰ ਦਾ ਪਤਾ ਲੱਗ ਜਾਂਦਾ ਹੈ। ਤੇ ਜਦੋਂ ਘਰ ਦਾ ਪਤਾ ਲੱਗ ਗਿਆ, ਉਹਨੇ ਜਾ ਕੇ ਵੇਖਿਆ ਤੇ ਇਹੋ ਹੀ ਕਿਹਾ ਕਿ ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤਬੈ ਸਰਬ ਸੰਭਾਲੇ। ਤੇਰਾ ਘਰ ਕਿਹੋ ਜਿਹਾ ਹੈ, ਤੇਰਾ ਦਰ ਕਿਹੋ ਜਿਹਾ ਹੈ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਅੱਜ ਦੇ ਪਾਵਨ ਬਚਨਾਂ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਸਾਨੂੰ ਉਪਦੇਸ਼ ਦਿੱਤਾ, ਉਹ ਪ੍ਰਮਾਤਮਾ ਇੱਕ ਹੈ,
ਸਾਰਿਆਂ ਨਾਲੋਂ ਵੱਖਰਾ ਹੈ। ਉਹ ਪ੍ਰਮਾਤਮਾ ਅਮਰ ਹੈ, ਭਾਵ ਕਦੀ ਆਉਣ ਜਾਣ ਵਾਲਾ ਨਹੀਂ, ਅਜੂਨੀ ਜੂਨਾ ਤੋਂ ਰਹਿਤ ਹੈ। ਉਹਦੀ ਪ੍ਰਮਾਤਮਾ ਕੋਈ ਜਾਤ ਨਹੀਂ, ਉਹ ਅਗਮ ਅਗੋਚਰ ਹੈ, ਉਹਦਾ ਕੋਈ ਰੂਪ ਰੰਗ ਰੇਖ ਨਹੀਂ। ਤੇ ਜਦੋਂ ਗੁਰੂ ਦੀ ਕਿਰਪਾ ਉਹਨੂੰ ਭਾਲਣਾ ਸ਼ੁਰੂ ਕਰਾਂਗੇ ਤੇ ਹਰੇਕ ਸਰੀਰ ਅੰਦਰ ਉਹ ਮਾਲਕ ਨਜ਼ਰ ਆਵੇਗਾ। ਇਹ ਸਾਰੇ ਜਿਹੜੇ ਗੁਣ ਹਨ ਇਹ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਅੰਦਰ ਆ ਕੇ ਵਸਦੇ ਹਨ। ਇਸ ਵਾਸਤੇ ਸਤਿਗੁਰੂ ਕਹਿੰਦੇ ਹਨ, ਕਿਆ ਜਪ ਜਾਪੋ ਬਿਨ ਜਗਦੀਸ਼ਾ, ਪਰਮਾਤਮਾ ਤੋਂ ਬਿਨਾਂ ਮੈਂ ਹੋਰ ਕਿਹਨੂੰ ਜਪਾਂ, ਕਿਉਂਕਿ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਗੁਰੂ ਦੇ ਇਹ ਪਾਵਨ ਬਚਨ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਣ। ਇਹ ਅਰਦਾਸ ਕਰਿਆ ਕਰੀ ਉਸ ਮਾਲਕ ਦੇ ਚਰਨਾਂ ਅੰਦਰ, ਸਤਿਗੁਰੂ ਕਿਰਪਾ ਕਰੋ। ਇਹ ਸਰੀਰ ਤੁਸਾਂ ਨੇ ਦਿੱਤਾ ਹੈ, ਜੇ ਸਰੀਰ ਦਿੱਤਾ ਇਸ ਸਰੀਰ ਦੇ ਅੰਦਰ ਨਾਮ ਦੀ ਕਣੀ ਵੀ ਸਤਿਗੁਰੂ ਤੁਸੀਂ ਆਪ ਹੀ ਪਾ ਦਿਓ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਤਨੇ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਆ ਜੀ। ਅੱਜ ਦਾ ਜਿਹੜਾ ਦੀਵਾਨ ਹੈ ਉਹ 7ਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੈ। ਸੋ ਦੁਪਹਿਰ ਦੇ ਦੀਵਾਨਾਂ ਅੰਦਰ ਵੀ ਸਤਿਗੁਰ ਕਿਰਪਾ ਨਾਲ 7ਵੇਂ ਪਾਤਸ਼ਾਹ ਦੇ ਪਾਵਨ ਜੀਵਨ ਸੰਬੰਧੀ ਜਿਵੇਂ ਸਤਿਗੁਰੂ ਚਾਹਣ, ਜਿਵੇਂ ਸਤਿਗੁਰੂ ਬੁਲਾਉਣ, ਗੁਰਮਤਿ ਵਿਚਾਰਾਂ, ਗੁਰ ਇਤਿਹਾਸ ਨਾਲ ਸਾਂਝ ਪਾਵਾਂਗੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਭ ਮਾਈ ਭਾਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ